ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੈਨੇਡਾ ਦੀ ਫਾਈਲਿੰਗ ਬਾਰੇ ਗੱਲਾਂ ਸਾਂਝੀਆਂ ਕੀਤੀਆਂ ਸੀ ਤੇ ਉਸੇ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਹੁਤ ਸਾਰੇ ਦੇਖੋ ਜੀ, ਜਿਹੜਾ ਇੰਡੀਆ ਹੈਗਾ ਆਪਣਾ, ਇਹ ਇੱਕ ਮਿਡਲ ਕਲਾਸ ਨੇਸ਼ਨ ਹੈ। ਆਪਣੀ ਜਿਹੜੀ ਮੈਕਸਿਮਮ ਪੋਪੂਲੇਸ਼ਨ ਹੈ ਜਾਂ ਗਰੀਬਾਂ ਦੀ ਹੈ ਜਾਂ ਮਿਡਲ ਕਲਾਸ ਲੋਕਾਂ ਦੀ ਹੈ, ਤੇ ਸਿਰਫ 2 to 3% ਜਿਹੜੇ ਲੋਕ ਨੇ ਅਮੀਰ ਲੋਕ ਜਿਨ੍ਹਾਂ ਦੀ ਆਮਦਨ 15-20 ਲੱਖ ਜਾਂ ਉਸ ਤੋਂ ਵੱਧ ਹੈ ਸਾਲ ਦੀ। ਬਾਕੀ ਜਿਹੜਾ ਸਾਡਾ 60% ਆਫ ਪੋਪੂਲੇਸ਼ਨ ਹੈਗਾ, ਦੈਟ ਇਜ਼ ਮਿਡਲ ਕਲਾਸ। ਸੋ ਮਿਡਲ ਕਲਾਸ ਦੀ ਇਨਕਮ ਇਜ਼ ਐਨੀਵੇਅਰ ਬਿਟਵੀਨ 3 to 6 lakhs ਪਰ ਈਅਰ। ਪਰ ਹਰੇਕ ਦੇ ਸੁਪਨੇ ਹੁੰਦੇ ਆ, ਹਰ ਬੰਦਾ ਚਾਹੁੰਦਾ ਕਿ ਮੈਂ ਦੁਨੀਆ ਘੁੰਮਾਂ, ਹਰ ਬੰਦਾ US ਜਾਣਾ ਚਾਹੁੰਦਾ ਹੈ, ਕੈਨੇਡਾ ਜਾਣਾ ਚਾਹੁੰਦਾ ਹੈ, ਯੂਰਪ ਜਾਣਾ ਚਾਹੁੰਦਾ ਹੈ। ਪਰ ਗਲਤ ਤਰੀਕਿਆਂ ਨਾਲ ਜਦੋਂ ਆਪਾਂ ਫਾਈਲ ਲਾਉਂਦੇ ਹਾਂ ਤੇ ਸਾਡੀ ਰਿਫਿਊਜ਼ਲਸ ਆ ਜਾਂਦੀਆਂ। ਹਰ ਚੀਜ਼ ਨੂੰ ਗ੍ਰੈਜੂਅਲੀ ਪਲਾਨ ਕਰਨਾ ਚਾਹੀਦਾ। ਜੇ ਤੁਸੀਂ ਪਲੈਨਿੰਗ ਨਾਲ ਨਹੀਂ ਚੱਲੋਗੇ ਤਾਂ ਇਹ ਜਿਹੜੀ ਵੱਡੀ ਕੰਟਰੀਆਂ ਨੇ, ਇਹਨਾਂ ਦੇ ਵੀਜ਼ਾਸ ਲੈਣੇ ਬਹੁਤ ਮੁਸ਼ਕਿਲ ਹੋ ਜਾਂਦੇ ਆ। ਛੋਟੀ ਮੋਟੀ ਜਿਹੜੀ ਕੰਟਰੀਜ਼ ਨੇ, ਛੋਟੀ ਮੋਟੀ ਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਕੰਟਰੀਜ਼ ਅਮੀਰ ਨਹੀਂ ਹੈਗੀਆਂ ਜਾਂ ਇਹ ਕੰਟਰੀਜ਼ ਦੀ ਇਕਨੋਮੀ ਘੱਟ ਹੈ। ਛੋਟੀ ਮੋਟੀ ਕੰਟਰੀਆਂ ਦਾ ਮੇਰਾ ਇੱਥੇ ਕਹਿਣ ਦਾ ਮਤਲਬ ਹੈ ਜਿੱਥੇ ਦਾ ਵੀਜ਼ਾ ਇੰਡੀਅਨਸ ਨੂੰ ਆਰਾਮ ਨਾਲ ਮਿਲ ਜਾਂਦਾ ਹੈ, ਜਿਵੇਂ ਦੁਬਈ ਹੋ ਗਈ, ਮਲੇਸ਼ੀਆ, ਵੀਅਤਨਾਮ, ਸਿੰਗਾਪੁਰ, ਥਾਈਲੈਂਡ। ਇੱਦਾਂ ਦੀ ਬਹੁਤ ਸਾਰੀ ਕੰਟਰੀਜ਼ ਨੇ। 60 ਤੋਂ ਵੱਧ ਕੰਟਰੀਜ਼ ਹੈ, ਜਿੱਦਾਂ ਨੇਪਾਲ, ਸ਼੍ਰੀਲੰਕਾ, ਟ੍ਰਿਨੀਡਾਡ ਐਂਡ ਟੋਬੈਗੋ, ਬਹੁਤ ਕੰਟਰੀਜ਼ ਹੈ, ਮੋਰ ਦੈਨ 60 ਕੰਟਰੀਜ਼, ਜਿੱਥੇ ਇੰਡੀਅਨਸ ਨੂੰ ਵੀਜ਼ਾ ਬਿਨਾਂ ਕਿਸੇ ਫਾਰਮੈਲਿਟੀ ਤੋਂ ਮਿਲ ਜਾਂਦਾ ਹੈ, ਬਿਨਾਂ ਕਿਸੇ ਕਾਗਜ਼ਾਂ ਦੇ ਮਿਲ ਜਾਂਦਾ ਹੈ। ਤੁਸੀਂ ਸਿਰਫ ਔਰ ਸਿਰਫ ਆਪਣਾ ਪਾਸਪੋਰਟ ਔਰ ਇੱਕ ਫੋਟੋ ਉਹਨਾਂ ਨੂੰ ਦੇਣੀ ਹੁੰਦੀ ਹੈ ਔਰ ਵਿਦਿਨ 1 day ਔਰ 2 days ਤੁਹਾਡਾ ਵੀਜ਼ਾ ਤੁਹਾਨੂੰ ਮਿਲ ਜਾਂਦਾ ਹੈ। ਸੋ ਇਹਨਾਂ ਕੰਟਰੀਆਂ ਨੂੰ ਮੈਂ ਛੋਟੀ ਮੋਟੀ ਕੰਟਰੀ ਕਹਿ ਰਿਹਾ, ਨਾ ਉਹਨਾਂ ਦਾ ਸਾਈਜ਼ ਛੋਟਾ ਹੈ, ਨਾ ਉਹਨਾਂ ਦੀ ਇਕਨੋਮੀ ਛੋਟੀ ਹੈ। ਸੋ ਇਹਨਾਂ ਕੰਟਰੀਆਂ 'ਚ ਟਰੈਵਲ ਕਰਨਾ, ਬਾਰ-ਬਾਰ ਟਰੈਵਲ ਕਰਨ ਨਾਲ ਤੁਹਾਡੀ ਟਰੈਵਲ ਹਿਸਟਰੀ ਨਹੀਂ ਬਣਦੀ। ਟਰੈਵਲ ਹਿਸਟਰੀ ਤਾਂ ਬਣਦੀ ਹੈ ਜਦੋਂ ਤੁਸੀਂ ਇੱਕ ਅੱਛੀ ਕੰਟਰੀ ਹੋ ਕੇ ਆਉਂਦੇ ਹੋ ਜਿੱਥੇ ਥੋੜ੍ਹੀ ਬਹੁਤ ਵੀਜ਼ਾ ਦੀ ਰਿਕੁਆਇਰਮੈਂਟ ਹੁੰਦੀਆਂ ਨੇ। ਸੋ ਤੁਸੀਂ ਕਰ ਕੀ ਸਕਦੇ ਹੋ ਬੇਸਿਕਲੀ। ਇਹ ਜਿਹੜੀ ਵੀਡੀਓ ਹੈ, ਇਸ 'ਚ ਮੈਂ ਮੇਨਲੀ ਤੁਹਾਡੇ ਨਾਲ ਗੱਲਬਾਤ ਕਰਾਂਗਾ ਕਿ ਤੁਸੀਂ ਆਪਣੀ ਟਰੈਵਲ ਹਿਸਟਰੀ ਨੂੰ ਕਿੱਦਾਂ ਪਲਾਨ ਕਰ ਸਕਦੇ ਹੋ। ਤੁਹਾਡੀ ਟਰੈਵਲ ਹਿਸਟਰੀ ਨੂੰ ਪਲਾਨ ਕਰਨ ਲਈ 2 ਚੀਜ਼ਾਂ ਦੀ ਬਹੁਤ ਜ਼ਰੂਰਤ ਹੈ। ਇੱਕ ਤਾਂ ਥੋੜ੍ਹਾ ਬਹੁਤ ਪੈਸਾ, ਦੂਸਰਾ ਥੋੜ੍ਹਾ ਬਹੁਤ ਟਾਈਮ। ਆਈ ਥਿੰਕ 6 ਮਹੀਨੇ ਤੋਂ 8 ਮਹੀਨੇ ਤੁਹਾਨੂੰ ਲੱਗਣਗੇ ਔਰ ਤੁਹਾਡੀ ਬਹੁਤ ਹੀ ਸੋਹਣੀ, ਬਹੁਤ ਹੀ ਵਧੀਆ ਟਰੈਵਲ ਹਿਸਟਰੀ ਕ੍ਰੀਏਟ ਹੋ ਸਕਦੀ ਹੈ। ਪੈਸਾ ਦੇ ਜਿਵੇਂ ਲਾ ਕੇ ਚੱਲਾਂ, ਇਹਦੇ 'ਚ ਘੱਟੋ ਘੱਟ 1.25 ਲੱਖ ਤੋਂ 1.5 ਲੱਖ ਤੁਹਾਡਾ ਖਰਚਾ ਆਏਗਾ। ਬਾਕੀ ਹਰ ਬੰਦੇ ਦੇ ਰਹਿਣ ਸਹਿਣ 'ਤੇ ਡਿਪੈਂਡ ਕਰਦਾ ਹੈ, ਹਰ ਬੰਦੇ ਦੀ ਡਿਮਾਂਡਸ 'ਤੇ ਡਿਪੈਂਡ ਕਰਦਾ ਹੈ ਕਿ ਉਹ ਬੰਦਾ ਕਿੱਦਾਂ ਦੇ ਹੋਟਲ 'ਚ ਰਹਿਣਾ ਚਾਹੁੰਦਾ। ਮੈਂ 3 ਸਟਾਰ 'ਚ ਵੀ ਖੁਸ਼ ਹਾਂ ਜਾਂ 2 ਸਟਾਰ 'ਚ ਵੀ ਰਹਿ ਸਕਦਾ, ਕੋਈ ਬੰਦਾ ਹੋਸਟਲ 'ਚ ਵੀ ਰਹਿ ਸਕਦਾ ਹੈ, ਕਿਸੇ ਨੂੰ 4-5 ਸਟਾਰ ਤੋਂ ਥੱਲੇ ਵਾਰਾ ਨਹੀਂ ਖਾਂਦਾ। ਸੋ ਇਹ ਡਿਪੈਂਡ ਕਰਦਾ ਕਿ ਤੁਹਾਡਾ ਲਾਈਫ ਸਟਾਈਲ ਕਿਵੇਂ ਦਾ, ਤੁਸੀਂ ਕਿਵੇਂ ਬਾਹਰ ਜਾ ਕੇ ਰਹਿਣਾ ਚਾਹੁੰਦੇ ਹੋ, ਤੁਸੀਂ ਕਿੰਨੇ ਕੁ ਉੱਥੇ ਪੈਸੇ ਲਾਣੇ ਚਾਹੁੰਦੇ ਹੋ। ਪਰ ਜੇ ਮੈਂ ਇੱਕ ਬੇਸਿਕ, ਇੱਕ ਐਵਰੇਜ ਪੈਕੇਜ ਦੀ ਗੱਲ ਕਰਾਂ ਤਾਂ 1.25 ਤੋਂ 1.5 ਲੱਖ ਦੇ ਵਿੱਚ ਤੁਸੀਂ ਵਿਦਿਨ 6 to 8 months ਆਪਣੀ ਇੱਕ ਬਹੁਤ ਸੋਹਣੀ ਟਰੈਵਲ ਹਿਸਟਰੀ ਕ੍ਰੀਏਟ ਕਰ ਸਕਦੇ ਹੋ। ਔਰ ਇਸ ਟਰੈਵਲ ਹਿਸਟਰੀ ਦੇ ਦੌਰਾਨ ਤੁਸੀਂ 5 ਕੰਟਰੀਆਂ ਘੁੰਮ ਸਕਦੇ ਹੋ, ਜਿਹਦੇ 'ਚ 3 ਛੋਟੀ ਕੰਟਰੀਆਂ ਨੇ ਔਰ 2 ਵੱਡੀ ਕੰਟਰੀਆਂ ਨੇ। ਔਰ ਇਹਨਾਂ ਵਿੱਚੋਂ ਇੱਕ ਕੰਟਰੀ ਜਿਹੜੀ ਹੈਗੀ ਹੈ ਉਹ ਯੂਰਪ ਦੇ ਵਿੱਚ ਵੀ ਆਉਂਦੀ ਹੈ। ਅਤੇ ਮੈਂ ਤੁਹਾਨੂੰ ਸਟਾਰਟਿੰਗ ਤੋਂ ਦੱਸਦਾ ਕਿ ਤੁਸੀਂ ਕਿਵੇਂ ਪਲਾਨ ਕਰਨਾ ਹੈ। ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਪਲੈਨਿੰਗ ਰਹੇਗੀ, ਤੁਸੀਂ ਈਸਟ ਸਾਈਡ ਤੋਂ ਸ਼ੁਰੂ ਕਰ ਸਕਦੇ ਹੋ। ਮੈਂ 3 ਕੰਟਰੀਆਂ ਦੇ ਨਾਮ ਲਵਾਂਗਾ। ਇਹ ਤਿੰਨੋਂ ਆਪਸ 'ਚ ਨੇਬਰਿੰਗ ਕੰਟਰੀਜ਼ ਹੈ ਔਰ ਇਹ ਤਿੰਨੋਂ ਇਕੱਠੀਆਂ ਨੇ। ਜੇ ਇੱਥੇ ਇੱਕ ਵਾਰੀ ਜਾਂਦੇ ਹੋ ਤਾਂ ਉੱਥੇ ਦੀ ਇੰਟਰ ਕੰਟਰੀ ਜਿਹੜੀ ਫਲਾਈਟਸ ਉਹ ਵੀ ਸਸਤੀਆਂ ਪੈਂਦੀਆਂ ਨੇ, ਅਤੇ ਇਸ ਕਰਕੇ ਤੁਸੀਂ ਬਹੁਤ ਹੀ ਚੀਪ ਰੇਟਸ 'ਚ ਉੱਥੇ ਟਰੈਵਲ ਕਰ ਸਕਦੇ ਹੋ। ਹਾਂਜੀ, ਉਹ ਕੰਟਰੀਆਂ ਦੇ ਨਾਮ ਨੇ ਥਾਈਲੈਂਡ, ਮਲੇਸ਼ੀਆ ਐਂਡ ਸਿੰਗਾਪੁਰ। ਸਿੰਗਾਪੁਰ ਲਈ ਇੱਕ ਬਹੁਤ ਹੀ ਛੋਟੀ ਜਿਹੀ ਰਿਕੁਆਇਰਮੈਂਟ ਹੁੰਦੀ ਹੈ, ਤੁਸੀਂ ਬਸ ਆਪਣੇ ਪਿਛਲੇ 6 months ਦੀ ਸਟੇਟਮੈਂਟ ਦੇਣੀ ਹੁੰਦੀ ਹੈ ਬੈਂਕ ਦੀ, ਅਤੇ ਉਹਦੇ 'ਚ 40-50 ਹਜ਼ਾਰ ਰੁਪਇਆ ਵੀ ਹੋਏਗਾ ਤਾਂ ਵੀ ਬਹੁਤ ਹੈ। ਪਲੱਸ ਇੱਕ ਤੁਸੀਂ ਆਪਣਾ ਥੋੜ੍ਹਾ ਜਿਹਾ ਇੰਪਲੋਇਮੈਂਟ ਸਟੇਟਸ ਸ਼ੋਅ ਕਰਨਾ ਹੈ। ਤੁਸੀਂ ਭਾਵੇਂ ਸਿਰਫ ਇੱਕ ਆਪਣੇ ਇੰਪਲੋਇਰ ਕੋਲੋਂ ਲੈਟਰ ਲਿਖਵਾ ਲਓ ਜਿੱਥੇ ਵੀ ਕੰਮ ਕਰ ਰਹੇ ਹੋ, ਜਾਂ ਜੇ ਤੁਹਾਡਾ ਆਪਣਾ ਬਿਜ਼ਨਸ ਹੈ ਤੁਸੀਂ ਲੈਟਰ ਹੈਡ 'ਤੇ ਸੈਲਫ ਅਟੈਸਟਮੈਂਟ ਦੇ ਸਕਦੇ ਹੋ ਕਿ ਮੇਰਾ ਇਹ ਬਿਜ਼ਨਸ ਹੈ, ਮੇਰੀ ਸਾਲਾਨਾ ਇੰਨੀ ਇਨਕਮ ਹੈ, ਮੈਂ ਕੰਮ ਕਰਦਾ ਅਤੇ ਮੈਂ ਸਿੰਗਾਪੁਰ ਘੁੰਮਣ ਜਾਣਾ ਹੈ, ਮੈਨੂੰ ਵੀਜ਼ਾ ਗ੍ਰਾਂਟ ਕੀਤਾ ਜਾਏ। ਬਹੁਤ ਆਰਾਮ ਨਾਲ ਵੀਜ਼ਾ ਮਿਲ ਜਾਂਦਾ, ਕੋਈ ਜ਼ਿਆਦਾ ਫਾਰਮੈਲਿਟੀਜ਼ ਨਹੀਂ ਹੈ, 2 ਕਾਗਜ਼ ਲੱਗਦੇ ਆ। ਮਲੇਸ਼ੀਆ 'ਚ ਤਾਂ ਵੈਸੀ ਕੋਈ ਰਿਕੁਆਇਰਮੈਂਟ ਨਹੀਂ ਹੈ, ਤੁਸੀਂ ਸਿਰਫ ਔਰ ਸਿਰਫ ਆਪਣੇ ਪਾਸਪੋਰਟ ਔਰ ਇੱਕ ਆਪਣੀ ਫੋਟੋ ਦੇ ਕੇ ਵੀਜ਼ਾ ਲੈ ਸਕਦੇ ਹੋ। ਔਰ ਜਿੱਥੇ ਮੈਂ ਥਾਈਲੈਂਡ ਦੀ ਗੱਲ ਕਰਾਂ, ਉੱਥੇ ਸਭ ਨੂੰ ਪਤਾ ਹੀ ਹੈ ਕਿ ਵੀਜ਼ਾ ਔਨ ਅਰਾਈਵਲ ਮਿਲ ਜਾਂਦਾ ਹੈ। ਔਰ ਅੱਜ ਦੀ ਡੇਟ 'ਚ ਤਾਂ ਇੱਕ ਹੋਰ ਵਧੀਆ ਗੱਲ ਹੈ ਕਿ ਪਹਿਲਾਂ ਉੱਥੇ 2000 ਬਾਠ ਦਾ ਵੀਜ਼ਾ ਸੀ, ਮਤਲਬ 4500 ਰੁਪਏ ਲੱਗਦੇ ਸੀਗੇ, ਲੇਕਿਨ ਅੱਜ ਦੀ ਡੇਟ 'ਚ ਉੱਥੇ ਵੀਜ਼ਾ ਬਿਲਕੁਲ ਮੁਫਤ ਹੈ। ਤੁਸੀਂ ਉੱਥੇ ਬਸ ਜਾ ਕੇ ਇੱਕ ਸਿੰਪਲ ਫਾਰਮ ਭਰ ਕੇ ਵਿਦਿਨ 30 minutes ਆਪਣਾ ਵੀਜ਼ਾ ਉੱਥੇ ਔਨ ਅਰਾਈਵਲ ਲੈ ਸਕਦੇ ਹੋ। ਅਤੇ ਪਹਿਲਾਂ ਜਿਹੜੀ ਅਸੀਂ ਜਰਨੀ ਸ਼ੁਰੂ ਕਰਾਂਗੇ, ਪਹਿਲਾਂ ਅਸੀਂ ਈਸਟ ਵੱਲ ਨੂੰ ਸ਼ੁਰੂ ਕਰਾਂਗੇ। ਤੁਸੀਂ ਥਾਈਲੈਂਡ ਜਾਓ, ਮਲੇਸ਼ੀਆ ਜਾਓ, ਸਿੰਗਾਪੁਰ ਜਾਓ ਔਰ ਐਟਲੀਸਟ 8 ਤੋਂ 10 ਦਿਨ ਇਹ ਤਿੰਨਾਂ ਕੰਟਰੀਆਂ 'ਚ ਬਿਤਾ ਕੇ ਆਓ।
ਇਹ ਨਹੀਂ ਹੈ ਕਿ ਮੈਂ ਇੱਕ दिन ਜਾਂ 2 दिन ਬਿਤਾ ਲਿਆ ਖਰਚਾ ਬਚਾਉਣ ਦੇ ਚੱਕਰ 'ਚ। ਔਰ ਇਹਨਾਂ ਕੰਟਰੀਆਂ 'ਚ ਖਰਚਾ ਜ਼ਿਆਦਾ ਨਹੀਂ ਆਉਂਦਾ। ਜੇ ਤੁਸੀਂ ਮਾਮੂਲੀ 3 ਸਟਾਰ ਹੋਟਲ 'ਚ ਵੀ ਰੁਕ ਰਹੇ ਹੋ, ਜੋ ਕਿ ਬਹੁਤ ਹੀ ਵਧੀਆ ਸਾਫ਼ ਸੁਥਰਾ ਵਿਦ ਬ੍ਰੇਕਫਾਸਟ, ਤੁਹਾਨੂੰ ਉੱਥੇ 1,500 ਤੋਂ 2,000 ਰੁਪਏ ਪਰ ਡੇ ਦੇ ਹਿਸਾਬ ਨਾਲ ਮਿਲ ਜਾਂਦਾ ਹੈ। ਜੇ ਤੁਸੀਂ ਇੰਨਾ ਵੀ ਖਰਚਾ ਨਹੀਂ ਕਰਨਾ ਚਾਹੁੰਦੇ, ਤੁਸੀਂ 1000 ਰੁਪਏ 'ਚ ਰਹਿਣਾ ਚਾਹੁੰਦੇ ਹੋ, ਤੇ ਉੱਥੇ AC ਡੋਰਮੀਟਰੀਜ਼ ਮਿਲ ਜਾਂਦੀਆਂ। AC ਡੋਰਮੀਟਰੀਜ਼ ਅਗਰ ਤੁਸੀਂ ਸਰਚ ਕਰੋਗੇ, ਗੂਗਲ 'ਤੇ ਸਰਚ ਕਰੋ, MMT 'ਤੇ ਸਰਚ ਕਰ ਲਓ, booking.com 'ਤੇ ਸਰਚ ਕਰ ਲਓ, ਤਾਂ 700-800 ਰੁਪਏ ਤੋਂ 1000 ਰੁਪਏ 'ਚ ਤੁਹਾਨੂੰ ਉੱਥੇ AC ਹੋਸਟਲ ਮਿਲ ਜਾਂਦਾ ਹੈ, ਜਿਹਦੇ 'ਚ ਇੱਕ ਵੱਡਾ ਕਮਰਾ ਹੁੰਦਾ ਹੈ ਔਰ ਉਹਦੇ 'ਚ 10 ਤੋਂ 12 ਲੋਕ ਹੁੰਦੇ ਹੈ। ਉਹ ਇੱਕ ਕਾਮਨ ਸਪੇਸ ਹੁੰਦੀ ਹੈ ਜਿੱਥੇ ਤੁਸੀਂ ਰਹਿੰਦੇ ਹੋ, ਪਰ ਬਹੁਤ ਸਾਫ਼ ਸੁਥਰੀਆਂ ਹੁੰਦੀਆਂ। ਉੱਥੇ ਤੁਸੀਂ ਨਵੇਂ ਦੋਸਤ ਵੀ ਬਣਾ ਸਕਦੇ ਹੋ ਘੁੰਮ ਫਿਰ ਕੇ, ਅਤੇ ਉਹ ਉੱਥੇ ਰਹਿਣ ਦਾ ਐਕਸਪੀਰੀਅੰਸ ਆਪਣਾ ਅਲੱਗ ਹੀ ਹੈ। ਤੇ ਤੁਸੀਂ ਫਿਰ ਵੀ ਸਰਚ ਕਰ ਸਕਦੇ ਹੋ। ਅ 3 ਸਟਾਰ ਹੋਟਲ ਇਨ ਮਲੇਸ਼ੀਆ, ਥਾਈਲੈਂਡ ਐਂਡ ਸਿੰਗਾਪੁਰ ਵਿਲ ਨਾਟ ਕੋਸਟ ਯੂ ਮੋਰ ਦੈਨ 2000 ਰੁਪੀਜ਼। ਆਈ ਹੈਵ ਬੀਨ ਟੂ ਥੀਸ ਕੰਟਰੀਜ਼ ਮਲਟੀਪਲ ਟਾਈਮਸ। ਅਤੇ ਸਪੈਸ਼ਲੀ ਅਗਰ ਮੈਂ ਮਲੇਸ਼ੀਆ ਦੀ ਗੱਲ ਕਰਾਂ, ਮਹਿੰਗੇ ਤੋਂ ਮਹਿੰਗਾ ਹੋਟਲ ਵੀ 5 ਸਟਾਰ ਵੀ ਤੁਹਾਨੂੰ 4000 ਰੁਪਏ ਪਰ ਨਾਈਟ 'ਚ ਮਿਲ ਜਾਂਦਾ ਹੈ। ਸੋ ਇਸ ਤਰੀਕੇ ਨਾਲ ਅਗਰ ਤੁਸੀਂ ਪਲਾਨ ਕਰੋ, ਫਲਾਈਟਸ ਵੀ 1 ਵੇ ਦੀ ਲੈ ਕੇ ਜਾਓ। ਬਾਕੀ ਤੁਸੀਂ ਮਲੇਸ਼ੀਆ ਤੋਂ ਸਿੰਗਾਪੁਰ ਬੱਸ 'ਚ ਵੀ ਟਰੈਵਲ ਕਰ ਸਕਦੇ ਹੋ। ਫਿਰ ਤੁਹਾਡੀ 1 ਵੇ ਦੀ ਫਲਾਈਟ ਵਾਪਸੀ ਸਿੰਗਾਪੁਰ ਤੋਂ ਦਿੱਲੀ ਦੀ ਜਾਂ ਅੰਮ੍ਰਿਤਸਰ ਵੀ ਫਲਾਈਟਸ ਚੱਲਦੀਆਂ, ਅਤੇ ਤੁਹਾਡੀ ਫਲਾਈਟਸ ਬਹੁਤ ਹੀ ਸਸਤੀਆਂ। ਤੁਹਾਨੂੰ 1 ਵੇ ਦੀ ਅਗਰ ਮੈਂ ਗੱਲ ਕਰਾਂ ਤਾਂ 8 ਤੋਂ 9000 'ਚ ਮਿਲ ਜਾਂਦੀ ਹੈ। ਪਿੱਛੇ ਹੁਣੇ ਮੈਂ 5-6 ਮਹੀਨੇ ਪਹਿਲਾਂ, ਬਿਲਕੁਲ ਲੋਕਡਾਊਨ ਤੋਂ ਪਹਿਲਾਂ ਮੈਂ ਮਲੇਸ਼ੀਆ ਗਿਆ ਸੀਗਾ, ਮੈਨੂੰ ਥੋੜ੍ਹਾ ਕੰਮ ਸੀਗਾ, ਅਤੇ ਅੰਮ੍ਰਿਤਸਰ ਤੋਂ ਮਲਿੰਦੋ 에ਅਰਲਾਈਨਸ ਪਲੱਸ 에ਅਰ ਏਸ਼ੀਆ ਚੱਲਦੀ ਹੈ, ਜਿਹਦਾ ਰਿਟਰਨ ਫੇਅਰ ਤੁਸੀਂ ਮੰਨੋਗੇ ਨਹੀਂ, 9800 ਰੁਪਏ ਤੋਂ ਲੈ ਕੇ 11000 ਦੇ ਵਿੱਚ ਤੁਹਾਨੂੰ ਆਉਣ ਜਾਣ ਦੀ ਫਲਾਈਟ ਵੀ ਮਿਲ ਜਾਂਦੀ ਹੈ। ਹੁਣ ਜਦੋਂ ਫਲਾਈਟਸ ਖੁੱਲ੍ਹਣਗੀਆਂ ਤਾਂ ਰੇਟ ਓਬਵੀਅਸਲੀ ਥੋੜ੍ਹੇ ਵਧਣਗੇ, ਲੇਕਿਨ ਫਿਰ ਵੀ ਇਹ ਤੁਸੀਂ ਰਿਸਰਚ ਕਰਿਆ ਕਰੋ ਕਿ ਦਿੱਲੀ ਤੋਂ ਇਲਾਵਾ ਵੀ ਅਗਰ ਤੁਸੀਂ ਸਿੰਗਾਪੁਰ, ਮਲੇਸ਼ੀਆ ਜਾਣਾ ਹੈ, ਥਾਈਲੈਂਡ ਜਾਣਾ ਹੈ, ਦੁਬਈ ਜਾਣਾ ਹੈ, ਯੂ ਕੈਨ ਟੇਕ ਯੋਰ ਫਲਾਈਟ ਫਰੋਮ ਅੰਮ੍ਰਿਤਸਰ। ਔਰ ਉੱਥੇ ਜਿਹੜੀ ਹੈਗੀਆਂ ਸਸਤੀ ਟਿਕਟਾਂ ਨੇ 에ਅਰ ਏਸ਼ੀਆ ਔਰ ਮਲਿੰਦੋ 에ਅਰਲਾਈਨਸ ਦੀ। ਹੁਣ ਜਦੋਂ ਈਸਟ ਵੱਲ ਮੈਂ ਹੋ ਕੇ ਆਉਂਦਾ, 10 ਕੁ ਦਿਨ ਲਾ ਕੇ ਆਉਂਦਾ, ਇੱਥੇ ਮੇਰਾ 30-35 ਹਜ਼ਾਰ ਤੋਂ ਜ਼ਿਆਦਾ ਖਰਚਾ ਨਹੀਂ ਆਏਗਾ, ਮੈਕਸਿਮਮ 40,000 ਖਰਚਾ ਆ ਜਾਏਗਾ। ਮੈਂ ਸਾਰਾ ਕੁਝ ਇੰਕਲੂਡ ਕਰਕੇ ਦੱਸ ਰਿਹਾ, ਤੁਹਾਡੀ ਫਲਾਈਟਸ, ਤੁਹਾਡੇ ਰਹਿਣਾ ਸਹਿਣਾ, ਉੱਥੇ ਮਾੜਾ ਮੋਟਾ ਘੁੰਮਣਾ ਫਿਰਨਾ ਅਤੇ ਖਾਣਾ ਪੀਣਾ, ਮੈਕਸਿਮਮ 40,000। ਜੇ ਤੁਹਾਨੂੰ ਪਲੈਨਿੰਗ ਕਰਨ 'ਚ ਕੋਈ ਦਿੱਕਤ ਆਉਂਦੀ ਹੈ, ਸਾਨੂੰ ਕਾਲ ਕਰ ਸਕਦੇ ਹੋ ਅਤੇ ਪੁੱਛ ਸਕਦੇ ਹੋ ਕਿ ਕਿੱਦਾਂ ਪਲਾਨ ਕਰਨਾ ਆਪਣਾ ਟੂਰ। ਜਦੋਂ ਮੇਰਾ ਈਸਟਰਨ ਟੂਰ ਖਤਮ ਹੋ ਜਾਂਦਾ ਹੈ, ਫਿਰ 3-4 ਮਹੀਨੇ ਵੇਟ ਕਰਕੇ ਤੁਸੀਂ 2 ਕੰਟਰੀਜ਼ ਟਾਰਗੇਟ ਕਰਨੀ ਹੈ। ਇੱਕ ਜਿਹੜੀ ਹੈਗੀ ਹੈ ਯੂਰਪ ਦੀ ਹੈ, ਔਰ ਇੱਕ ਜਿਹੜੀ ਹੈਗੀ ਹੈ ਯੂਰੇਸ਼ੀਆ 'ਚ ਆਉਂਦੀ ਹੈ। ਯੂਰੇਸ਼ੀਆ ਉਹ ਪਾਰਟ ਹੈਗਾ ਜਿਹੜਾ ਏਸ਼ੀਆ ਔਰ ਯੂਰਪ ਦੇ ਬਾਰਡਰ 'ਤੇ ਹੈ, ਜਿੱਥੇ ਮਾਸਕੋ ਔਰ ਸੈਂਟ ਪੀਟਰਸਬਰਗ ਆਉਂਦੇ ਹੈ। ਨਾਓ ਥੀਸ 2 ਸਿਟੀਜ਼ ਫਾਲ ਇਨ ਦ ਕੰਟਰੀ ਆਫ ਰਸ਼ੀਆ। ਇਹ ਰਸ਼ੀਆ ਦੇ ਅੰਡਰ ਆਉਂਦੀ ਹੈ, ਸੈਂਟ ਪੀਟਰਸਬਰਗ ਐਂਡ ਮਾਸਕੋ। ਅਤੇ ਜੇ ਤੁਸੀਂ ਟੂਰ ਆਪਣਾ ਬੁੱਕ ਕਰ ਰਹੇ ਹੋ ਅਤੇ ਇੱਧਰ ਲਈ ਵੀ ਤੁਹਾਨੂੰ ਕੋਈ ਵੀਜ਼ਾ ਰਿਕੁਆਇਰਮੈਂਟ ਨਹੀਂ ਹੈ, ਇਹ ਯੂਰੇਸ਼ੀਆ ਦੇ ਵਿੱਚ ਆਉਂਦਾ ਹੈ। ਜਿਹੜੀ ਸੇਂਟ ਪੀਟਰਸਬਰਗ ਸਿਟੀ ਔਰ ਮਾਸਕੋ ਸਿਟੀ ਹੈ, ਇਹ ਯੂਰਪ ਕੰਟੀਨੈਂਟ ਦੇ ਵਿੱਚ ਆਉਂਦੀ ਹੈ, ਲੇਕਿਨ ਜਿਹੜੀ ਕੰਟਰੀ ਹੈ ਦੈਟ ਇਜ਼ ਇਨ ਯੂਰੇਸ਼ੀਆ। ਬਟ ਇਹ ਜਿਹੜੀ 2 ਸਿਟੀਜ਼ ਹੈਗੀਆਂ, ਦੇ ਫਾਲ ਅੰਡਰ ਯੂਰੋਪੀਅਨ ਕੰਟੀਨੈਂਟ, ਅਤੇ ਇੱਧਰ ਤੁਸੀਂ ਜਾ ਸਕਦੇ ਹੋ। ਹੁਣ ਥੋੜ੍ਹਾ ਜਿਹਾ ਖਰਚਾ ਰਸ਼ੀਆ 'ਚ ਵੱਧ ਆਉਂਦਾ ਹੈ, ਕਿਉਂਕਿ ਇਹਦੀ ਜਿਹੜੀ ਫਲਾਈਟ ਹੈ ਉਹ ਥੋੜ੍ਹੀ ਐਕਸਪੈਂਸਿਵ ਹੈ। ਔਨ ਅ ਗਿਵਨ ਡੇ, ਇੱਕ ਅਗਰ ਮੈਂ ਰਿਟਰਨ ਫੇਅਰ ਦੀ ਗੱਲ ਕਰਾਂ ਤਾਂ 30,000 ਦੇ ਕਰੀਬ ਫਲਾਈਟ ਆ ਜਾਂਦੀ ਹੈ। 에ਅਰ ਅਸਤਾਨਾ ਵੀ ਜਾਂਦੀ ਹੈ, ਔਰ ਏਰੋਫਲੋਟ ਇਜ਼ ਰਸ਼ੀਅਨ 에ਅਰਲਾਈਨ, ਅਤੇ ਉਹ ਵੀ ਉੱਥੇ ਚੱਲਦੀ ਆ। ਬਹੁਤ ਅੱਛੀ ਸੋਹਣੀ 에ਅਰਲਾਈਨਸ ਹੈ। ਬੈਗੇਜ ਵੀ ਤੁਹਾਨੂੰ ਖੁੱਲ੍ਹਾ ਡੁੱਲਾ ਅਲਾਊਡ ਹੁੰਦਾ ਹੈ, ਅਤੇ 25 ਤੋਂ 30,000 'ਚ ਤੁਹਾਨੂੰ ਫਲਾਈਟ ਮਿਲ ਜਾਂਦੀ ਹੈ। ਲੇਕਿਨ ਅਸੀਂ ਇੱਥੇ ਰਾਊਂਡ ਟ੍ਰਿਪ ਲੈ ਕੇ ਨਹੀਂ ਜਾਵਾਂਗੇ, ਅਸੀਂ ਸਿਰਫ ਸਿੰਗਲ ਫਲਾਈਟ ਲੈ ਕੇ ਜਾਵਾਂਗੇ। ਅਸੀਂ ਲੈ ਕੇ ਜਾਵਾਂਗੇ ਰਸ਼ੀਆ ਦੀ ਫਲਾਈਟ, ਔਰ ਰਸ਼ੀਆ ਤੋਂ ਜਿਹੜੀ ਸਾਡੀ ਫਲਾਈਟ ਆਊਟ ਦੀ ਹੋਏਗੀ, ਉਹ ਅਸੀਂ ਲੈਣੀ ਹੈ ਸਰਬੀਆ। ਜੇ ਤੁਸੀਂ ਇਸ ਦੇਸ਼ ਬਾਰੇ ਕਦੇ ਨਹੀਂ ਸੁਣਿਆ ਤਾਂ ਆਈ ਰਿਕੁਐਸਟ ਯੂ ਕਿ ਗੂਗਲ 'ਚ ਸਰਚ ਕਰੋ ਸਰਬੀਆ। ਅਤੇ ਸਰਬੀਆ ਜਿਹੜੀ ਕੰਟਰੀ ਹੈ, ਇਹ ਬਹੁਤ ਸੋਹਣੀ ਕੰਟਰੀ ਹੈ, ਐਂਡ ਦਿਸ ਫਾਲਸ ਇਨ ਯੂਰਪ, ਈਸਟਰਨ ਯੂਰਪ। ਔਰ ਇੱਥੇ ਤੁਹਾਨੂੰ ਹੋਰ ਜਾਣ ਕੇ ਖੁਸ਼ਖਬਰੀ ਇੱਕ ਮੈਂ ਦੱਸਾਂਗਾ, ਬਹੁਤ ਖੁਸ਼ੀ ਹੋਏਗੀ ਕਿ ਇੰਡੀਅਨਸ ਨੂੰ ਉੱਥੇ ਵੀਜ਼ਾ ਔਨ ਅਰਾਈਵਲ ਹੈ, ਐਂਡ ਇਟ ਇਜ਼ ਅ ਵੀਜ਼ਾ ਫ੍ਰੀ ਕੰਟਰੀ ਫॉर ਇੰਡੀਅਨਸ। ਵੀਜ਼ਾ ਫ੍ਰੀ ਮੀਨਸ ਨਾ ਹੀ ਤੁਸੀਂ ਪੈਸੇ ਦੇਣੇ ਹੈ, ਨਾ ਹੀ ਤੁਹਾਡਾ ਵੀਜ਼ਾ ਲੱਗੇਗਾ। ਜਦੋਂ ਤੁਸੀਂ ਉੱਥੇ ਲੈਂਡ ਕਰਦੇ ਹੋ, ਯੂ ਕੈਨ ਸਟੇ ਇਨ ਦੈਟ ਕੰਟਰੀ ਅਪ ਟੂ 30 ਡੇਜ਼। ਤੁਸੀਂ 30 ਦਿਨਾਂ ਲਈ ਸਰਬੀਆ ਦੇ ਵਿੱਚ ਰਹਿ ਸਕਦੇ ਹੋ। ਬਹੁਤ ਹੀ ਸੋਹਣਾ ਦੇਸ਼ ਹੈ। ਉੱਥੇ ਤੁਸੀਂ ਗਰਮੀਆਂ 'ਚ ਪਲਾਨ ਕਰੋ ਜਾਣ ਦਾ ਤਾਂ ਜ਼ਿਆਦਾ ਬੈਟਰ ਰਹੇਗਾ, ਕਿਉਂਕਿ ਸਰਦੀਆਂ 'ਚ, ਜੇ ਮੈਂ ਰਸ਼ੀਆ ਦੀ ਗੱਲ ਕਰਾਂ ਔਰ ਸਰਬੀਆ ਦੀ ਗੱਲ ਕਰਾਂ, ਇੱਥੇ ਬਹੁਤ ਠੰਡ ਹੁੰਦੀ ਹੈ। ਅਤੇ ਜਦੋਂ ਵੀ ਤੁਸੀਂ ਇਹ ਵੈਸਟ ਸਾਈਡ ਪਲਾਨ ਕਰਨੀ ਹੈ ਤਾਂ ਹਮੇਸ਼ਾ ਗਰਮੀਆਂ 'ਚ ਕਰਨੀ ਹੈ, ਔਰ ਜਿਹੜੀ ਦੂਸਰੀ ਸਾਈਡ ਹੈ ਇੱਥੇ ਤੁਸੀਂ ਸਰਦੀਆਂ 'ਚ ਜਾ ਸਕਦੇ ਹੋ, ਜਿਹੜੀ ਈਸਟਰਨ ਸਾਈਡ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ। ਸੋ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਖਰਚਾ ਇੱਥੇ ਆਏਗਾ
ਉਹ ਮੈਂ ਮੰਨ ਕੇ ਚੱਲਾਂ 70 ਤੋਂ 75 ਹਜ਼ਾਰ ਰੁਪਏ ਦੋਨੋਂ ਕੰਟਰੀਜ਼ ਦਾ, ਸਰਬੀਆ ਪਲੱਸ ਰਸ਼ੀਆ। ਤੇ ਤੁਸੀਂ ਇੱਧਰ ਵੀ 5-5 ਦਿਨ ਐਟਲੀਸਟ ਲਗਾਓ। ਪਹਿਲਾਂ ਵੀ ਤੁਸੀਂ 10 ਦਿਨ ਲਾਏ ਹੈ, ਹੁਣ ਵੀ ਤੁਸੀਂ 10 ਦਿਨ ਲਾਏ ਹੈ, ਤੇ ਤੁਹਾਡਾ ਕੁੱਲ ਖਰਚਾ 1.25 ਲੱਖ ਤੋਂ ਮੈਕਸਿਮਮ 1.5 ਲੱਖ ਦੇ ਵਿੱਚ ਔਰ 1 ਸਾਲ 'ਚ ਤੁਸੀਂ 5 ਕੰਟਰੀਆਂ ਘੁੰਮ ਸਕਦੇ ਹੋ। ਔਰ ਜਦੋਂ ਤੁਸੀਂ ਇਹ 5 ਕੰਟਰੀਜ਼ ਘੁੰਮੋਗੇ ਤੇ ਤੁਹਾਡੀ ਇੱਕ ਬਹੁਤ ਅੱਛੀ ਟਰੈਵਲ ਹਿਸਟਰੀ ਕ੍ਰੀਏਟ ਹੋਏਗੀ। ਤੇ ਜਦੋਂ ਵੀ ਤੁਸੀਂ ਅੱਗੋਂ UK, US, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਵੀਜ਼ਾ ਲਾਉਂਦੇ ਹੋ ਤਾਂ ਜੇ ਤੁਹਾਡੀ ITR ਬਹੁਤ ਜ਼ਿਆਦਾ ਨਹੀਂ ਵੀ ਹੈ, ਤੇ ਜੇ ਤੁਹਾਡੇ ਫੰਡਸ ਬਹੁਤ ਜ਼ਿਆਦਾ ਨਹੀਂ ਵੀ ਹੈ, ਬਟ ਸਟਿਲ ਤੁਹਾਨੂੰ ਵੀਜ਼ਾ ਦੀ ਪ੍ਰੈਫਰੈਂਸ ਮਿਲ ਸਕਦੀ ਹੈ, ਕਿਉਂਕਿ ਤੁਸੀਂ ਟੂਰਿਸਟ ਹੋ ਔਰ ਉਹ ਦੇਖਦੇ ਕਿ ਤੁਹਾਨੂੰ ਸ਼ੌਂਕ ਹੈ ਘੁੰਮਣ ਫਿਰਨ ਦਾ, ਔਰ ਤੁਸੀਂ 1 ਸਾਲ ਦੇ ਵਿੱਚ 5 ਕੰਟਰੀਜ਼ ਟਰੈਵਲ ਕੀਤੀਆਂ ਹੋਈਆਂ। ਤਾਂ ਇਹ ਸਾਰੀ ਚੀਜ਼ਾਂ ਦਾ ਥੋੜ੍ਹੀ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ ਹੈ। ਆਪਾਂ ਕਾਹਲੀ ਜਦੋਂ ਵੀ ਕਰਦੇ ਹਾਂ, ਸਪੈਸ਼ਲੀ ਟੂਰਿਜ਼ਮ ਔਰ ਵੀਜ਼ਾ ਦੇ ਮਾਮਲੇ 'ਚ, ਤਾਂ ਹਮੇਸ਼ਾ ਕੰਮ ਖਰਾਬ ਹੁੰਦਾ ਹੈ। ਤੇ ਜਦੋਂ ਵੀ ਤੁਸੀਂ ਆਪਣਾ ਵੀਜ਼ਾ ਲਵਾਉਣਾ ਹੈ, ਕਦੇ ਵੀ ਕਾਹਲੀ ਨਹੀਂ ਕਰਨੀ। ਫ਼ੋਨ ਨੰਬਰ ਤੁਹਾਡੇ ਕੋਲ ਹੈਗੇ ਆ, ਸਾਡੇ ਆਫਿਸ ਦਾ ਐਡਰੈਸ ਤੁਹਾਡੇ ਕੋਲ ਹੈਗਾ। ਕਿਉਂ ਘਰੇ ਬੈਠੇ ਹੋ? ਅੱਜ ਘਰੋਂ ਨਿਕਲੋ, ਸਾਡੇ ਕੋਲ ਆਫਿਸ 'ਚ ਆਓ, ਸਾਨੂੰ ਮਿਲੋ, ਜੋ ਵੀ ਤੁਹਾਡੇ ਡਾਊਟਸ ਹੈ ਸਾਰੇ ਕਲੀਅਰ ਕਰਾਂਗੇ। ਜੇ ਤੁਹਾਨੂੰ ਆਫਿਸ ਆਉਣ ਦਾ ਕਾਲ ਹੈ, ਫੋਨ ਕਰ ਸਕਦੇ ਹੋ। ਫੋਨ ਨਹੀਂ ਕਰਨਾ, ਪਰਸਨਲੀ ਮਿਲਣਾ ਚਾਹੁੰਦੇ ਹੋ, ਮੈਨੂੰ ਜ਼ੂਮ ਕਾਲ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਸੀਂ ਵੈਬ ਮੀਟਿੰਗ ਰੱਖ ਸਕਦੇ ਹਾਂ। ਤੁਸੀਂ ਕਾਲ ਕਰੋ, ਅੱਜ ਹੀ ਸਾਡੇ ਨਾਲ ਜਾਣਕਾਰੀ ਲਓ। ਜੇ ਵਧੇਰੀ ਜਾਣਕਾਰੀ ਚਾਹੀਦੀ ਹੈ, ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਸਵਾਲ ਪੁੱਛ ਸਕਦੇ ਹੋ। ਮੈਂ ਪੂਰੀ ਕੋਸ਼ਿਸ਼ ਕਰਾਂਗਾ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਦੇਣ ਦਾ। ਸਤਿ ਸ਼੍ਰੀ ਅਕਾਲ।